Dear students, Sat Shri Akal Ji. Most welcome in Creative Guruji. Please subscribe the channel and hit the bell icon for latest video notifications. Physics Class 12th. Difference between electrostatic and gravitational forces. Electrostatic force, gravitational force. First one, it is attractive or repulsive force. ਜਿਹੜੀ ਇਲੈਕਟ੍ਰੋਸਟੈਟਿਕ ਫੋਰਸ ਹੈ ਉਹ ਅਟਰੈਕਟਿਵ ਫੋਰਸ ਵੀ ਹੋ ਸਕਦੀ ਹੈ, ਰਿਪਲਸਿਵ ਫੋਰਸ ਵੀ ਹੋ ਸਕਦੀ ਹੈ। ਹੁਣ ਜੇ ਦੋ ਸਿਮਿਲਰ ਚਾਰਜ ਹੋਣਗੇ ਪੋਜ਼ਿਟਿਵ ਜਾਂ ਨੈਗੇਟਿਵ ਤਾਂ ਫੋਰਸ ਕੀ ਆ ਜਾਊਗੀ, ਰਿਪਲਸਿਵ ਫੋਰਸ। ਜੇ ਦੋ ਆਪੋਜ਼ਿਟ ਚਾਰਜ ਆ ਗਏ ਪੋਜ਼ਿਟਿਵ ਤੇ ਨੈਗੇਟਿਵ ਤਾਂ ਉਹਨਾਂ ਦੇ ਵਿੱਚ ਕੀ ਆ ਜਾਣੀ ਹੈ, ਅਟਰੈਕਸ਼ਨ। ਤਾਂ ਕਿਹੜੀ ਫੋਰਸ ਆ ਜਾਊਗੀ, ਅਟਰੈਕਟਿਵ ਫੋਰਸ। ਇਟ ਇਜ਼ ਓਨਲੀ ਅਟਰੈਕਟਿਵ ਫੋਰਸ। ਜਿਹੜੀ ਗ੍ਰੈਵੀਟੇਸ਼ਨਲ ਫੋਰਸ ਹੁੰਦੀ ਹੈ ਸਿਰਫ ਅਟਰੈਕਟਿਵ ਫੋਰਸ ਹੁੰਦੀ ਹੈ। ਸੈਕੰਡ ਵਨ, ਇਟ ਇਜ਼ ਇੰਟਰੈਕਸ਼ਨ ਫੋਰਸ ਬਿਟਵੀਨ ਟੂ ਚਾਰਜ। ਜਿਹੜੀ ਇਲੈਕਟ੍ਰੋਸਟੈਟਿਕ ਫੋਰਸ ਹੈ ਇਹ ਇੰਟਰੈਕਸ਼ਨ ਫੋਰਸ ਹੈ ਕਿਹਨਾਂ ਦੇ ਵਿੱਚ, ਦੋ ਚਾਰਜਸ ਦੇ ਵਿੱਚ। ਇਟ ਇਜ਼ ਇੰਟਰੈਕਸ਼ਨ ਫੋਰਸ ਬਿਟਵੀਨ ਟੂ ਮਾਸਿਸ। ਗ੍ਰੈਵੀਟੇਸ਼ਨਲ ਫੋਰਸ ਇੰਟਰੈਕਸ਼ਨ ਫੋਰਸ ਕਿਹਦੇ ਵਿੱਚ ਹੈ, ਦੋ ਮਾਸਿਸ ਦੇ ਵਿੱਚ। ਥਰਡ ਵਨ, ਇਲੈਕਟ੍ਰੋਸਟੈਟਿਕ ਫੋਰਸ ਇਜ਼ ਵੈਰੀ ਲਾਰਜ ਐਜ਼ ਕੰਪੇਅਰ ਟੂ ਦਾ ਗ੍ਰੈਵੀਟੇਸ਼ਨਲ ਫੋਰਸ, that is Fe equals to 10⁻36 टाइम Fg। ਇਲੈਕਟ੍ਰੋਸਟੈਟਿਕ ਫੋਰਸ ਬਹੁਤ ਜ਼ਿਆਦਾ ਵੱਡੀ ਹੈ, ਲਾਰਜ ਹੈ ਐਜ਼ ਕੰਪੇਅਰ ਟੂ ਗ੍ਰੈਵੀਟੇਸ਼ਨਲ ਫੋਰਸ ਦੇ। ਖੁਦ ਹੀ ਦੇਖ ਲਓ Fe ਇਲੈਕਟ੍ਰੋਸਟੈਟਿਕ ਫੋਰਸ ਇਕੁਅਲਸ ਟੂ ਕਿਹਦੇ ਹੈ, 10⁻36 ਟਾਈਮ Fg ਗ੍ਰੈਵੀਟੇਸ਼ਨਲ ਫੋਰਸ ਦੇ। ਇਸ ਦਾ ਮਤਲਬ ਕੀ ਹੋਇਆ, ਇਲੈਕਟ੍ਰੋਸਟੈਟਿਕ ਫੋਰਸ ਬਹੁਤ ਜ਼ਿਆਦਾ ਹੈ ਐਜ਼ ਕੰਪੇਅਰ ਟੂ ਗ੍ਰੈਵੀਟੇਸ਼ਨਲ ਫੋਰਸ ਦੇ। It is weakest fundamental force in nature. It is almost negligible as compared to the electrostatic force. ਜਿਹੜੀ gravitational force ਹੈ ਇਹ weakest fundamental force ਹੈ nature ਦੇ ਵਿੱਚ। electrostatic force ਦੇ compare ਤਾਂ gravitational force almost negligible ਹੀ ਹੈ। Fourth one, although this force is applicable in vacuum, yet it depend upon the medium in which the charge are kept. ਜਿਹੜੀ electrostatic force ਹੈ ਇਹ vacuum ਦੇ ਵਿੱਚ ਵੀ apply ਹੁੰਦੀ ਹੈ। ਇਲੈਕਟ੍ਰੋਸਟੈਟਿਕ ਫੋਰਸ ਇਸ ਗੱਲ ਤੇ ਵੀ ਡਿਪੈਂਡ ਕਰਦੀ ਹੁੰਦੀ ਹੈ ਕਿ ਚਾਰਜ ਜਿਹੜੇ ਆ ਉਹ ਕਿਸ ਮੀਡੀਅਮ ਦੇ ਵਿੱਚ ਰੱਖੇ ਹੋਏ ਆ। ਦਿਸ ਫੋਰਸ ਇਜ਼ ਐਪਲੀਕੇਬਲ ਇਨ ਵੈਕਿਊਮ ਬਟ ਇਟ ਡਸ ਨਾਟ ਡਿਪੈਂਡ ਅਪਨ ਦਾ ਮੀਡੀਅਮ ਇਨ ਵਿਚ ਮਾਸਿਸ ਆਰ ਕੈਪਟ। ਜਿਹੜੀ ਗ੍ਰੈਵੀਟੇਸ਼ਨਲ ਫੋਰਸ ਹੈ ਇਹ ਵੀ ਵੈਕਿਊਮ ਦੇ ਵਿੱਚ ਤਾਂ ਅਪਲਾਈ ਹੁੰਦੀ ਹੈ, ਪਰ ਇਹ ਇਸ ਗੱਲ ਤੇ ਡਿਪੈਂਡ ਨਹੀਂ ਕਰਦੀ ਕਿ ਜਿਹੜਾ ਮਾਸ ਹੈ ਉਹ ਕਿਸ ਮੀਡੀਅਮ ਦੇ ਵਿੱਚ ਰੱਖਿਆ ਗਿਆ ਹੈ। ਨਾਓ ਮੂਵ ਟੂ ਦਾ ਸਿਮਿਲੈਰਿਟੀਜ਼ ਬਿਟਵੀਨ ਇਲੈਕਟ੍ਰੋਸਟੈਟਿਕ ਐਂਡ ਗ੍ਰੈਵੀਟੇਸ਼ਨਲ ਫੋਰਸਿਸ। ਇਲੈਕਟ੍ਰੋਸਟੈਟਿਕ ਫੋਰਸ, gravitational force. First one, it obeys inverse square law. It varies inversely as the square of the distance between interacting charge. ਜਿਹੜੀ ਇਲੈਕਟ੍ਰੋਸਟੈਟਿਕ ਫੋਰਸ ਹੈ ਉਹ ਇਨਵਰਸ ਸਕੁਅਰ ਲਾਅ ਨੂੰ ਫੋਲੋ ਕਰਦੀ ਹੈ, ਓਵੇ ਕਰਦੀ ਹੈ, ਕਿਉਂਕਿ ਇਹ ਇਨਵਰਸਲੀ ਪ੍ਰੋਪੋਰਸ਼ਨਲ ਹੈ ਸਕੁਅਰ ਆਫ ਦਾ ਡਿਸਟੈਂਸ ਬਿਟਵੀਨ ਟੂ ਇੰਟਰੈਕਟਿੰਗ ਚਾਰਜਸ ਦੇ। ਇਟ ਆਲਸੋ ਓਵੇਜ਼ ਇਨਵਰਸ ਸਕੁਅਰ ਲਾਅ. It varies inversely as the square of the distance between two interacting masses. ਜਿਹੜੀ ਗ੍ਰੈਵੀਟੇਸ਼ਨਲ ਫੋਰਸ ਹੈ ਉਹ ਵੀ ਸਾਡੇ ਕੋਲ ਕੀ ਹੈ, ਇਨਵਰਸ ਸਕੁਅਰ ਲਾਅ ਨੂੰ ਫੋਲੋ ਕਰਦੀ ਹੈ, ਕਿਉਂਕਿ ਇਹ ਇਨਵਰਸਲੀ ਪ੍ਰੋਪੋਰਸ਼ਨਲ ਹੈ ਡਿਸਟੈਂਸ ਬਿਟਵੀਨ ਦਾ ਟੂ ਇੰਟਰੈਕਟਿੰਗ ਮਾਸਿਸ ਦੇ। ਸੈਕੰਡ ਵਨ, ਇਟ ਇਜ਼ ਅ ਸੈਂਟਰਲ ਫੋਰਸ. ਇਟ ਐਕਟਸ ਅਲੋਂਗ ਦਾ ਲਾਈਨ ਜੁਆਇਨਿੰਗ ਦਾ ਸੈਂਟਰਸ ਆਫ ਟੂ ਚਾਰਜ। ਜਿਹੜੀ ਇਲੈਕਟ੍ਰੋਸਟੈਟਿਕ ਫੋਰਸ ਹੈ ਉਹ ਸੈਂਟਰਲ ਫੋਰਸ ਹੈ, ਕਿਉਂਕਿ ਜਿਹੜੀ ਇਲੈਕਟ੍ਰੋਸਟੈਟਿਕ ਫੋਰਸ ਹੈ ਉਸ ਲਾਈਨ ਦੇ ਉੱਤੇ ਐਕਟ ਕਰ ਰਹੀ ਹੈ ਜਿਹੜੀ ਲਾਈਨ ਦੋ ਚਾਰਜਸ ਦੇ ਸੈਂਟਰ ਨੂੰ ਮਿਲਾ ਰਹੀ ਹੈ। ਗ੍ਰੈਵੀਟੇਸ਼ਨਲ ਫੋਰਸ ਇਜ਼ ਆਲਸੋ ਅ ਸੈਂਟਰਲ ਫੋਰਸ. It acts along the line joining the center of the two masses. ਜਿਹੜੀ ਗ੍ਰੈਵੀਟੇਸ਼ਨਲ ਫੋਰਸ ਹੈ ਇਹ ਵੀ ਸੈਂਟਰਲ ਫੋਰਸ ਹੈ, ਕਿਉਂਕਿ ਇਹ ਉਸ ਲਾਈਨ ਦੇ ਉੱਤੇ ਐਕਟ ਕਰਦੀ ਹੈ ਜਿਹੜੀ ਲਾਈਨ ਦੋ ਮਾਸਿਸ ਦੇ ਸੈਂਟਰ ਨੂੰ ਮਿਲਾ ਰਹੀ ਹੁੰਦੀ ਹੈ। ਥਰਡ ਵਨ, ਇਟ ਇਜ਼ ਅ ਲੌਂਗ ਰੇਂਜ ਫੋਰਸ. ਜਿਹੜੀ ਇਲੈਕਟ੍ਰੋਸਟੈਟਿਕ ਫੋਰਸ ਹੈ ਇਹਦੀ ਰੇਂਜ ਬਹੁਤ ਜ਼ਿਆਦਾ ਹੈ। ਗ੍ਰੈਵੀਟੇਸ਼ਨਲ ਫੋਰਸ ਇਜ਼ ਆਲਸੋ ਅ ਲੌਂਗ ਰੇਂਜ ਫੋਰਸ. ਜਿਹੜੀ ਗ੍ਰੈਵੀਟੇਸ਼ਨਲ ਫੋਰਸ ਹੈ ਇਹ ਵੀ ਇੱਕ ਲੌਂਗ ਰੇਂਜ ਫੋਰਸ ਹੈ, ਇਸ ਦੀ ਰੇਂਜ ਵੀ ਬਹੁਤ ਜ਼ਿਆਦਾ ਹੈ। That's all about this topic. I hope you will understand today's topic in this lecture. Don't forget to hit the like button and share this video. Subscribe to the channel, keep hard work and make parents' name shine.